ਇਸ ਤਰ੍ਹਾਂ ਕਰ ਲਓ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਛੱਡੋ ਤੇ ਤੁਹਾਨੂੰ ਅਗਰ ਕੋਈ ਆਪਣੇ ਵਰਗਾ ਮਜਬੂਰ ਨਜ਼ਰ ਆਇਆ ਤੇ ਇਹ ਪੈਸੇ ਉਹਦੀ ਮਦਦ ਕਰ ਦਿਆ ਜੇ, ਸਾਨੂੰ ਪਹੁੰਚ ਜਾਣਗੇ। ਕਿ ਮੈਂ ਤਕਰੀਬਨ 20-22 ਸਾਲ ਟ੍ਰੇਨ ਦਾ ਸਫ਼ਰ ਕੀਤਾ ਹੈ, ਬੱਸਾਂ ਦਾ ਸਫ਼ਰ ਕੀਤਾ ਹੈ ਕਰਾਚੀ ਦਾ, ਔਰ ਇਹਨਾਂ 20-22 ਸਾਲਾਂ ਦੇ ਵਿੱਚ ਅੱਲਾਹ ਤਾਲਾ ਨੇ ਮੈਨੂੰ ਕਿਸੇ ਅਜ਼ਮਾਇਸ਼ ਵਿੱਚ ਨਹੀਂ ਪਾਇਆ। ਕਿ ਹਿਦਮਤ ਇਹ ਵੇ ਕਿ ਤੁਸੀਂ ਅਗਰ ਮੈਨੂੰ ਕਿਰਾਇਆ ਦੇ ਦਿਓ ਤੇ ਮੈਂ ਆਪਣੇ ਘਰ ਜਾ ਸਕਾਂ। ਔਰ ਆਪਣੇ ਇੱਥੇ ਕਰਾਚੀ ਆਉਣ ਦੀ ਵਜ੍ਹਾ ਵੀ ਉਹਨਾਂ ਦੱਸੀ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੈਸੇਜ ਹੈ ਜਿਹੜਾ ਤੁਹਾਨੂੰ ਸਾਰਿਆਂ ਲੋਕਾਂ ਨੂੰ ਉਹਦੇ ਉੱਤੇ ਅਮਲ ਕਰਨਾ ਚਾਹੀਦਾ ਔਰ ਤੁਹਾਡੇ ਸਾਰਿਆਂ ਵਾਸਤੇ ਬਿਹਤਰੀ ਲਾਏਗਾ। ਉਹ ਮੈਸੇਜ ਕੀ ਹੈ ਕਿ ਨੇਕੀ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਉਹਦਾ ਦੁਨੀਆ ਦੇ ਉੱਤੇ ਹੀ ਅਜਰ ਜਾਂ ਇਸ ਤਰ੍ਹਾਂ ਸਮਝ ਲਓ ਕਿ ਸਿਲਾ ਜ਼ਰੂਰ ਦਿੰਦਾ ਹੈ। ਉਹ ਅਜਰ ਔਰ ਸਿਲਾ ਕਿਸ ਤਰ੍ਹਾਂ ਮਿਲਦਾ ਹੈ ਔਰ ਨੇਕੀ ਕਿਹੜੀ ਕਰੋ ਔਰ ਕਿਹੜੇ ਨਜ਼ਰੀਏ ਨਾਲ ਕਰੋ ਤੇ ਮਿਲਦਾ ਹੈ, ਉਹ ਅੱਗੇ ਜਾ ਕੇ ਵੀਡੀਓ ਦੇ ਵਿੱਚ ਤੁਹਾਨੂੰ ਤਫਸੀਲ ਦੇ ਨਾਲ ਦੱਸਨੇ ਆ। ਔਰ ਦੱਸਣ ਦਾ ਜਿਹੜਾ ਮਕਸਦ ਹੈ ਉਹ ਇਹ ਹੀ ਹੈ ਕਿ ਤੁਸੀਂ ਵੀ ਹਰ ਵਕਤ ਇਸ ਤਰ੍ਹਾਂ ਦੀ ਨੇਕੀ ਦੇ ਬਾਰੇ 'ਚ ਸੋਚਦੇ ਰਹੋ। ਦੋਸਤੋ ਅੱਜ ਜ਼ਰਾ ਥੋੜਾ ਗਲਾ ਖਰਾਬ ਹੋਣ ਦੀ ਵਜ੍ਹਾ ਤੋਂ ਨਾ ਆਵਾਜ਼ ਵਿੱਚ ਥੋੜੀ ਕਮੀ ਆਏਗੀ ਜਾਂ ਸਮਝ ਲਓ ਕਿ ਫ਼ਰਕ ਆਏਗਾ। ਤੇ ਸਾਡੀ ਇਸ ਵੀਡੀਓ ਦੇ ਨੂੰ ਵੇਖਣ ਵਾਲੇ ਨਵੇਂ ਦੋਸਤ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਸ਼ੁਰੂ ਕਰਨੇ ਅੱਜ ਦੀ ਵੀਡੀਓ, ਕਿਉਂਕਿ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਟਾਈਮ ਵਿੱਚ ਇਹ ਵੀਡੀਓ ਬਣਾਈ ਜਾਏ ਤਾਂ ਕਿ ਤੁਹਾਨੂੰ ਵੇਖਣ ਲੱਗਿਆ ਜ਼ਰਾ ਆਸਾਨੀ ਔਰ ਤੁਹਾਡਾ ਟਾਈਮ ਵੀ ਬਚ ਸਕੇ। ਦੋਸਤੋ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਬਿਆਨ ਸ਼ੁਰੂ 'ਚ ਕਰ ਦਿੱਤਾ ਹੈ। ਮੇਰੀ ਜ਼ਿੰਦਗੀ ਤਕਰੀਬਨ 54-55 ਸਾਲ ਹੋ ਗਈ ਹੈ ਔਰ ਮੇਰੇ ਦਿਲ ਦੇ ਵਿੱਚ ਹਰ ਵਕਤ ਇਹ ਖਿਆਲ ਆਉਂਦਾ ਸੀ ਕਿ ਜ਼ਿੰਦਗੀ ਦੀ ਸ਼ਾਮ ਪਤਾ ਨਹੀਂ ਕਦੋਂ ਹੋ ਜਾਣੀ ਹੈ। ਔਰ ਤੁਸੀਂ ਦੋਸਤ, ਤੁਸੀਂ ਨੌਜਵਾਨ ਲੜਕੇ, ਬੇਟੇ ਬੇਟੀਆਂ ਜਿਹੜੇ ਸਾਡੀ ਵੀਡੀਓ ਦੇਖਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਉਸ ਤਰ੍ਹਾਂ ਦੇ ਵਾਕਿਆਤ ਸੁਣਾ ਦਿੱਤੇ ਜਾਣ ਜਿਹੜੇ ਉਹਨਾਂ ਵਾਸਤੇ ਇੱਕ ਮੈਸੇਜ ਵੀ ਹੋਣ ਅਤੇ ਸਮਝਣ ਦੀ ਅਲਾਮਤ ਵੀ ਹੋਣ। ਇਹ ਸਾਰੀਆਂ ਸਟੋਰੀਆਂ ਸੁਣਾਉਣ ਦਾ ਮਕਸਦ ਇੰਨਾ ਕੋਈ ਹੈ ਕਿ ਤੁਸੀਂ ਵੀ ਅਗਰ ਜ਼ਿੰਦਗੀ ਦੇ ਵਿੱਚ ਕੋਈ ਨੇਕੀ ਕਰਨੀ ਚਾਹੋ ਔਰ ਉਹਦਾ ਸਿਲਾ ਅੱਲਾਹ ਦੀ ਜ਼ਾਤ ਕੋਲੋਂ ਲੈਣਾ ਚਾਹੋ ਤਾਂ ਉਹ ਇਸ ਤਰ੍ਹਾਂ ਵੀ ਤੁਹਾਨੂੰ ਮਿਲ ਸਕਦਾ। ਮੈਂ ਇੱਕ ਆਪਣਾ ਵਾਕਿਆ ਸੁਣਾਉਣ ਲੱਗਾ ਵਾਂ ਜਿਹੜਾ ਮੈਂ ਅਕਸਰ ਵੀਡੀਓ ਦੇ ਵਿੱਚ ਜ਼ਿਕਰ ਕਰਨਾ। ਮੈਂ ਕਰਾਚੀ ਗਿਆ ਬਿਜ਼ਨਸ ਦੇ ਸਿਲਸਿਲੇ 'ਚ ਅਤੇ ਉੱਥੇ ਮੈਂ ਇੱਕ ਦੁਕਾਨ ਪਾਈ ਦਰੀਆਂ ਦੀ, ਅਤੇ ਅੱਜ ਵੀ ਇਹ ਉਸੇ ਦੁਕਾਨ ਦਾ ਇੱਕ ਵਾਕਿਆ ਹੈ। ਮੈਂ ਜਦੋਂ ਸੁਬਾਹ ਦੁਕਾਨ ਖੋਲ੍ਹਣ ਵਾਸਤੇ ਗਿਆ ਅਤੇ ਨਾਲ ਦਾ ਮੇਰਾ ਦੁਕਾਨਦਾਰ ਮੈਨੂੰ ਆਵਾਜ਼ ਦੇ ਕੇ ਕਹਿੰਦਾ ਕਿ ਤੁਹਾਡਾ ਇੱਕ ਮਹਿਮਾਨ ਆਏ ਹੈ ਤੁਹਾਡੇ ਗੱਖੜ ਦਾ, ਉਹ ਤੁਹਾਨੂੰ ਮਿਲਣਾ ਚਾਹੁੰਦਾ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਕਿਹੜਾ ਗੱਖੜ ਦਾ ਮਹਿਮਾਨ ਆਇਆ ਜਿਹੜਾ ਤੇਰੀ ਦੁਕਾਨ ਵਿੱਚ ਮੈਨੂੰ ਨਜ਼ਰ ਨਹੀਂ ਆਇਆ ਔਰ ਮੈਨੂੰ ਤੂੰ ਦੱਸ ਰਿਹਾ। ਅਤੇ ਉਹ ਇੱਕ ਬਜ਼ੁਰਗ ਵੱਲ ਇਸ਼ਾਰਾ ਕਰਕੇ ਦੱਸਦਾ ਕਿ ਇਹ ਬਜ਼ੁਰਗ ਤੁਹਾਡੇ ਗੱਖੜ ਦੇ ਨੇ ਅਤੇ ਉਹਨਾਂ ਨੇ ਤੁਹਾਡੇ ਬਾਰੇ 'ਚ ਕਿਤੋਂ ਸੁਣਿਆ ਅਤੇ ਉਹ ਤੁਹਾਨੂੰ ਮਿਲਣ ਆਏ ਨੇ ਅਤੇ ਇਹਨਾਂ ਨੂੰ ਮਿਲ ਲਵੋ। ਮੈਂ ਉਹਨਾਂ ਨੂੰ ਬਜ਼ੁਰਗਾਂ ਨੂੰ ਦੇਖ ਕੇ ਕਿਹਾ ਕਿ ਬਜ਼ੁਰਗੋ ਕਿੱਥੋਂ ਆਏ ਹੋ, ਕੌਣ ਹੋ, ਮੈਨੂੰ ਆਪਣਾ ਤਾਰਫ ਕਰਾਓ। ਅਤੇ ਉਹਨਾਂ ਮੈਨੂੰ ਦੱਸਿਆ ਕਿ ਮੈਂ ਗੱਖੜ ਦਾ ਨਹੀਂ ਲੇਕਿਨ ਮੈਂ ਰਾਹ ਵਾਲੀ ਦਿਆਂ ਅਤੇ ਲੇਕਿਨ ਗੱਖੜ ਮੇਰੀ ਜਾਣ ਪਹਿਚਾਣ ਹੈ ਵੇ। ਅਤੇ ਮੈਨੂੰ ਪਤਾ ਚੱਲਿਆ ਸੀ ਕਿ ਇੱਥੇ ਇੱਕ ਗੱਖੜ ਦਾ ਬੇਟਾ ਰਹਿੰਦਾ ਜਿਹੜਾ ਦੁਕਾਨ ਕਰਦਾ, ਅਤੇ ਮੈਂ ਉਸ ਗਰਜ਼ ਨਾਲ ਤੁਹਾਨੂੰ ਮਿਲਣ ਆ ਗਿਆ ਵਾਂ। ਕਿਉਂਕਿ ਮੈਨੂੰ ਗਰਜ਼ ਇਹ ਵੇ ਕਿ ਮੈਂ ਵਾਪਸ ਆਪਣੇ ਪੰਜਾਬ ਰਾਹ ਵਾਲੀ ਜਾਣਾ ਚਾਹੁੰਦਾ ਵਾਂ, ਲੇਕਿਨ ਮੇਰੇ ਕੋਲ ਜਾਣ ਦਾ ਖਰਚਾ ਨਹੀਂ। ਅਤੇ ਮੈਂ ਉਹਨਾਂ ਦੀ ਤਸਦੀਕ ਕਰਨ ਵਾਸਤੇ ਉਹਨਾਂ ਕੋਲੋਂ ਗੱਖੜ ਦੇ ਬੰਨਿਆਂ ਦੇ ਬਾਰੇ 'ਚ ਪੁੱਛਿਆ ਕਿ ਤੁਸੀਂ ਗੱਖੜ ਕਿਹਨੂੰ ਜਾਣਦੇ ਹੋ, ਕਿਉਂਕਿ ਮੈਂ ਤਾਂ ਆਪਣੇ ਸਮਝ ਲਓ ਕਿ ਤੁਹਾਨੂੰ ਪਹਿਚਾਣ ਨਹੀਂ ਰਿਹਾ। ਅਤੇ ਉਹਨਾਂ ਚੰਦ ਇੱਕ ਦੋਸਤਾਂ ਦਾ, ਬਜ਼ੁਰਗਾਂ ਦਾ ਨਾਂ ਦੱਸਿਆ ਜਿਹਦੀ ਵਜ੍ਹਾ ਤੋਂ ਤਸੱਲੀ ਹੋ ਗਈ। ਤਸੱਲੀ ਹੋਣ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਕਿ ਦੱਸੋ ਮੇਰੇ ਲਾਇਕ ਖਿਦਮਤ। ਉਹਨਾਂ ਕਿਹਾ ਕਿ ਖਿਦਮਤ ਇਹ ਵੇ ਕਿ ਤੁਸੀਂ ਅਗਰ ਮੈਨੂੰ ਕਿਰਾਇਆ ਦੇ ਦਿਓ ਤਾਂ ਮੈਂ ਆਪਣੇ ਘਰ ਜਾ ਸਕਾਂ। ਔਰ ਆਪਣੇ ਇੱਥੇ ਕਰਾਚੀ ਆਉਣ ਦੀ ਵਜ੍ਹਾ ਵੀ ਉਹਨਾਂ ਦੱਸੀ ਕਿ ਮੈਂ ਆਪਣੀ ਘਰ ਵਾਲੀ ਨਾਲ ਲੜ ਕੇ ਬੱਕਰੀ ਵੇਚ ਕੇ ਅਤੇ ਇੱਥੇ ਆ ਗਿਆ। ਅਤੇ ਆ ਕੇ ਮੈਂ ਇਹ ਸੋਚਿਆ ਕਿ ਪਾਪੋਸ਼ ਨਗਰ ਇਲਾਕਾ ਹੈ, ਮਹੱਲਾ ਹੈ, ਉੱਥੇ ਮੇਰਾ ਇੱਕ ਦੋਸਤ ਰਹਿੰਦਾ ਅਤੇ ਮੈਂ ਉਹਦੇ ਘਰ ਜਾ ਕੇ ਰਵਾਂਗਾ ਔਰ ਜਦੋਂ ਸਾਡੀ ਨਾਰਾਜ਼ਗੀ ਖਤਮ ਹੋਏਗੀ ਤਾਂ ਮੈਂ ਵਾਪਸ ਚਲਾ ਜਾਵਾਂਗਾ। ਲੇਕਿਨ ਮੈਨੂੰ ਉਹ ਦੋਸਤ ਆਪਣਾ ਨਹੀਂ ਮਿਲਿਆ
ਜਿਹਦੀ ਵਜ੍ਹਾ ਤੋਂ ਮੈਂ ਪੈਪਾਂ ਦੇ ਵਿੱਚ ਰਹਿ ਕੇ ਆਪਣੇ ਦਿਨ ਗੁਜ਼ਾਰੇ ਨੇ, ਔਰ ਮੈਂ ਭੁੱਖ ਦੀ ਵਜ੍ਹਾ ਤੋਂ ਬਿਮਾਰ ਵੀ ਹੋ ਗਿਆ ਵਾਂ। ਤੇ ਹੁਣ ਮੇਰਾ ਦਿਲ ਹੈ ਕਿ ਮੈਂ ਟੁਰ ਜਾਵਾਂ। ਮੈਂ ਮੰਗਣ ਵਾਲਾ ਨਹੀਂ, ਅਗਰ ਮੰਗਣਾ ਹੁੰਦਾ ਤੇ ਮੈਨੂੰ ਇਹ ਸਾਰੀ ਸਟੋਰੀ ਦੱਸਣ ਵਾਸਤੇ ਤੁਹਾਨੂੰ ਨਾ ਲੱਭਣਾ ਪੈਂਦਾ, ਔਰ ਤੁਹਾਡੇ ਅੱਗੇ ਗਰਜ਼ ਨਾ ਰੱਖਦਾ। ਮੈਂ ਉਹਨਾਂ ਦੀ ਖਿਦਮਤ ਕੀਤੀ, ਪੁੱਛਿਆ ਕਿੰਨਾ ਕਿਰਾਇਆ ਲੱਗਦਾ ਹੈ ਟ੍ਰੇਨ ਦਾ। ਉਸ ਵਕਤ ਟ੍ਰੇਨ ਦਾ ਕਿਰਾਇਆ ਤਕਰੀਬਨ 125 150 ਰੁਪਇਆ ਹੈ ਸੀ ਗੁਜਰਾਲੇ ਦਾ। ਮੈਂ ਉਹਨਾਂ ਨੂੰ ਉਹ ਕਿਰਾਇਆ ਦਿੱਤਾ ਤੇ ਦੇਣ ਤੋਂ ਬਾਅਦ ਥੋੜ੍ਹਾ ਜੇਬ ਖਰਚ ਵੀ ਦਿੱਤਾ, ਤਾਂ ਕਿ ਰਸਤੇ ਦੇ ਵਿੱਚ ਵੀ ਅਗਰ ਉਹ ਕੁਝ ਖਾਣਾ ਚਾਹਣ ਤੇ ਉਹ ਖਾ ਪੀ ਸਕਣ, ਕਿਉਂਕਿ ਸਸਤਾਈ ਦਾ ਜ਼ਮਾਨਾ ਸੀ ਅੱਜ ਦੇ ਦੌਰ ਦੇ ਹਿਸਾਬ ਨਾਲ। ਉਸ ਵਕਤ ਸਸਤਾ ਸੀ, ਲੇਕਿਨ ਉਸ ਦੌਰ ਦੇ ਹਿਸਾਬ ਨਾਲ ਉਸ ਵਕਤ ਵੀ ਉਹ ਮਹਿੰਗਾ ਹੀ ਸੀ ਤਕਰੀਬਨ। ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਤੁਸੀਂ ਮੈਨੂੰ ਪੈਸੇ ਕਿਵੇਂ ਵਾਪਸ ਕਰੋਗੇ, ਜਾਂ ਉਹਨਾਂ ਮੇਰੇ ਅੱਗੇ ਸਵਾਲ ਕੀਤਾ ਕਿ ਮੈਂ ਤੁਹਾਨੂੰ ਇਹ ਪੈਸੇ ਕਿਵੇਂ ਵਾਪਸ ਕਰਾਂ ਜਾਂ ਕਿੱਥੇ ਦਿਆਂ। ਤੇ ਉਹਨਾਂ ਇੱਕ ਬਜ਼ੁਰਗਾਂ ਦਾ ਨਾਂ ਲਿਆ ਸੀ, ਹਾਜੀ ਗੁਲਾਮ ਨਬੀ ਮੰਗੇ ਹਾਂ। ਉਹ ਬਜ਼ੁਰਗ ਅਸੀਂ ਸਾਨੂੰ ਜਾਣਦੇ ਸਨ, ਔਰ ਅਸੀਂ ਵੀ ਉਹਨਾਂ ਨੂੰ ਬੜਾ ਅੱਛੇ ਤਰੀਕੇ ਨਾਲ ਜਾਣਦੇ ਹਾਂ, ਕਿਉਂਕਿ ਮੇਰੇ ਵਾਲਿਦ ਸਾਹਿਬ ਦੇ ਉਹ ਦੋਸਤ ਵੀ ਸਨ, ਭਾਈ ਵੀ ਸਨ, ਮਤਲਬ ਦੋਹਰੇ ਰਿਸ਼ਤੇ ਸਨ ਉਹਨਾਂ ਦੇ ਨਾਲ ਇਹ ਹਲਾਕ ਦੇ। ਤੇ ਮੈਂ ਕਿਹਾ ਕਿ ਉਹਨਾਂ ਨੂੰ ਦੇ ਦਿਆ ਜੀ, ਉਹ ਸਾਨੂੰ ਦੇ ਦੇਣਗੇ। ਔਰ ਫਿਰ ਮੈਂ ਉਹਨਾਂ ਨੂੰ ਇਹ ਵੀ ਆਖਿਆ ਕਿ ਬਜ਼ੁਰਗੋ, ਮੈਂ ਅਗਰ ਕਦੀ ਪੰਜਾਬ ਆਇਆ ਤਾਂ ਆਪਣਾ ਐਡਰੈਸ ਦੇ ਦਿਓ, ਤਾਂ ਕਿ ਮੈਂ ਤੁਹਾਨੂੰ ਉਸ ਐਡਰੈਸ 'ਤੇ ਮਿਲ ਕੇ ਤੇ ਤੁਹਾਡੇ ਕੋਲੋਂ ਇਹ ਲੈ ਲਾਂਗਾ। ਇਸ ਤਰ੍ਹਾਂ ਕਰ ਲਓ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਛੱਡੋ, ਤੇ ਤੁਹਾਨੂੰ ਅਗਰ ਕੋਈ ਆਪਣੇ ਵਰਗਾ ਮਜਬੂਰ ਨਜ਼ਰ ਆਇਆ ਤੇ ਇਹ ਪੈਸੇ ਉਹਦੀ ਮਦਦ ਕਰ ਦਿਆ ਜੇ, ਸਾਨੂੰ ਪਹੁੰਚ ਜਾਣਗੇ। ਦੋਸਤੋ, ਇਹ ਇੱਕ ਤਰੀਕਾ ਸੀ, ਇਹ ਇੱਕ ਗੱਲ ਸੀ ਜਿਹੜੀ ਹੀਰ ਤੇ ਤੁਹਾਨੂੰ ਮੈਂ ਦੱਸੀ ਕਿ ਕਿਸੇ ਮਜਬੂਰ ਦੀ ਖਿਦਮਤ ਕਰਦੇ ਆ ਜੇ ਇਹਨਾਂ ਪੈਸਿਆਂ ਦੇ ਨਾਲ, ਤੇ ਸਾਡੇ ਤੱਕ ਪਹੁੰਚ ਜਾਣਗੇ। ਇਹ ਸਾਨੂੰ ਕਿਸੇ ਬਜ਼ੁਰਗ ਨੇ ਗੱਲ ਸਮਝਾਈ ਸੀ ਕਿ ਕਿਸੇ ਦੀ ਮਦਦ ਕਰਨ ਲੱਗਿਆ ਵਾਪਸੀ ਦਾ ਤਕਾਜ਼ਾ ਨਾ ਕਰਿਆ ਜੇ। ਇਹ ਲਫ਼ਜ਼ ਬੋਲਦੇ ਆ ਜੇ ਕਿ ਕਿਸੇ ਮਜਬੂਰ ਦੀ ਮਦਦ ਕਰ ਰਿਹਾ ਜੇ ਆਪਣੇ ਵਰਗੇ ਦੀ, ਜਿਵੇਂ ਤੁਹਾਡੀ ਇਸ ਵਕਤ ਮਜਬੂਰੀ ਬਣੀ ਹੈ, ਤੇ ਸਾਡੇ ਤੱਕ ਪੈਸੇ ਪਹੁੰਚ ਜਾਣਗੇ। ਤੇ ਦੋਸਤੋ, ਇਹ ਕੁਲੀਆ ਜਿਹੜਾ ਸਾਨੂੰ ਜਿਹੜੇ ਬਜ਼ੁਰਗ ਨੇ ਦੱਸਿਆ, ਉਹ ਕੁਲੀਆ ਅਸੀਂ ਇਸਤੇਮਾਲ ਕੀਤਾ ਕਈ ਜਗ੍ਹਾ 'ਤੇ, ਕਈਆਂ ਦੋਸਤਾਂ ਦੇ ਨਾਲ ਜਿਨ੍ਹਾਂ ਦੀ ਮਦਦ ਕਰਨੀ ਹੁੰਦੀ ਸੀ ਜਾਂ ਜ਼ਰੂਰਤ ਹੁੰਦੀ ਸੀ ਜਾਂ ਜਿਹੜਾ ਗਰਜ਼ ਕਰਦਾ ਸੀ, ਤੇ ਇਸ ਤਰੀਕੇ ਦੇ ਨਾਲ ਹੀ ਅਸੀਂ ਉਹਦੀ ਮਦਦ ਕਰਦੇ ਹਾਂ। ਤੇ ਉਹਦਾ ਜਿਹੜੇ ਸਿਲੇ ਵਾਲੀ ਗੱਲ ਹੈ ਜਾਂ ਅਜਰ ਵਾਲੀ ਗੱਲ ਹੈ, ਉਹ ਇਹ ਵੇ ਕਿ ਮੈਂ ਤਕਰੀਬਨ 20-22 ਸਾਲ ਟ੍ਰੇਨ ਦਾ ਸਫ਼ਰ ਕੀਤਾ, ਬੱਸਾਂ ਦਾ ਸਫ਼ਰ ਕੀਤਾ ਕਰਾਚੀ ਦਾ, ਔਰ ਇਹਨਾਂ 20-22 ਸਾਲਾਂ ਦੇ ਵਿੱਚ ਅੱਲਾਹ ਤਾਲਾ ਨੇ ਮੈਨੂੰ ਕਿਸੇ ਅਜ਼ਮਾਇਸ਼ ਵਿੱਚ ਨਹੀਂ ਪਾਇਆ। ਮੈਂ ਇਹ ਸਮਝਦਾ ਰਿਹਾ ਕਿ ਜਿਹੜਾ ਮੈਂ ਅਜ਼ਮਾਇਸ਼ ਵਿੱਚ ਨਹੀਂ ਪਿਆ, ਤੇ ਇਹਦਾ ਅਜਰ ਮੈਨੂੰ ਉਸੇ ਤਰੀਕੇ ਨਾਲ ਹੀ ਪਿਆ ਮਿਲਦਾ ਜਿਹੜੇ ਤਰੀਕੇ ਦੇ ਨਾਲ ਮੈਂ ਕਿਸੇ ਦੀ ਮਦਦ ਕਰਕੇ ਤੇ ਕਿਹਾ ਕਿ ਜਨਾਬ, ਮੇਰੀ ਜਗ੍ਹਾ 'ਤੇ ਜਿਸ ਤਰ੍ਹਾਂ ਤੁਸੀਂ ਇਸ ਵਕਤ ਮਜਬੂਰ ਹੋ, ਇਸ ਤਰ੍ਹਾਂ ਦਾ ਕੋਈ ਮਜਬੂਰ ਬੰਦਾ ਮਿਲਿਆ ਤੇ ਇਹ ਪੈਸਿਆਂ ਦੀ ਮਦਦ ਉਹਨੂੰ ਕਰ ਦਿਆ ਜੇ, ਸਾਡੇ ਤੱਕ ਪਹੁੰਚ ਜਾਣਗੇ। ਕਿਉਂਕਿ ਸਾਡੇ ਤੱਕ ਪਹੁੰਚਣ ਦੀ ਜਿਹੜੀ ਗੱਲ ਹੈ ਉਹ ਇਹ ਹੀ ਹੈ ਕਿ ਅੱਲਾਹ ਤਾਲਾ ਕੋਲੋਂ ਸਾਨੂੰ ਅਜਰ ਇਹਦਾ ਮਿਲ ਜਾਏਗਾ। ਇਹ ਸਾਡਾ ਯਕੀਨ ਹੈ ਖੁਦਾ ਦੀ ਜ਼ਾਤ 'ਤੇ, ਅੱਲਾਹ ਤਾਲਾ ਉੱਤੇ, ਔਰ ਇਸ ਯਕੀਨ ਦੇ ਨਾਲ ਹੀ ਅਸੀਂ ਆਪਣੀ ਇਹ ਜ਼ਿੰਦਗੀ ਗੁਜ਼ਾਰ ਰਹੇ ਹਾਂ। ਤੇ ਦੋਸਤੋ, ਇਹ ਮੁਖਤਸਰ ਜਿਹੀ ਸਟੋਰੀ ਤੁਹਾਡੇ ਅੱਗੇ ਬਿਆਨ ਕੀਤੀ ਹੈ, ਔਰ ਇਹਦਾ ਦੱਸਿਆ ਕਿ ਇਹਦਾ ਅਜਰ ਕਿਸ ਤਰ੍ਹਾਂ ਮਿਲਦਾ ਹੈ, ਕਿਉਂਕਿ ਇਹਦਾ ਜਿਹੜਾ ਮਜ਼ੀਦ ਅੱਗੇ ਜਿਹੜਾ ਜਵਾਬ ਹੈ ਉਹ ਅਗਲੀ ਵੀਡੀਓ ਦੇ ਵਿੱਚ ਮੈਂ ਦਿਆਂਗਾ ਕਿ ਮੇਰੇ ਨਾਲ ਕੀ ਹੋਇਆ ਔਰ ਮੈਂ ਕਿਸ ਤਰ੍ਹਾਂ ਆਪਣੀ ਜਗ੍ਹਾ 'ਤੇ ਪਹੁੰਚਿਆ। ਤੇ ਦੋਸਤੋ, ਅੱਜ ਲਈ ਇੰਨਾ ਹੀ। ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਸਟੋਰੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਕਮੈਂਟ ਸੈਕਸ਼ਨ ਵਿੱਚ ਇੱਕ ਕਮੈਂਟ ਲਾਜ਼ਮੀ ਕਰਿਆ ਜੇ ਤਾਂ ਕਿ ਸਾਨੂੰ ਤੁਹਾਡੀ ਰਾਏ ਦੇ ਬਾਰੇ 'ਚ ਇਲਮ ਹੋ ਸਕੇ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਿਰ ਹੋਵੇ। ਅੱਲਾ ਨਿਗਹਿਬਾਨ।